हाँ जी बेटा, ये अपना ਜਿਹੜਾ ਹੈਗਾ 26 ਤਰੀਕ ਦਾ ਲੈਕਚਰ ਹੈਗਾ ਜਿਸ ਦੇ ਵਿੱਚ ਆਪਾਂ ਮੇਜਰਸ ਆਫ ਡਿਸਪਰਸ਼ਨ ਜਿਹੜਾ ਹੈਗਾ ਟੌਪਿਕ 9th ਚੈਪਟਰ ਸਟਾਰਟ ਕਰ ਰਹੇ ਹੈਗੇ। ਮੇਜਰਸ ਆਫ ਡਿਸਪਰਸ਼ਨ, ਸਭ ਤੋਂ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਹੈ ਕਿ ਮੇਜਰਸ ਆਫ ਡਿਸਪਰਸ਼ਨ ਹੁੰਦਾ ਕੀ ਹੈਗਾ। ਡਿਸਪਰਸ਼ਨ ਦਾ ਮਤਲਬ ਹੈਗਾ ਵੇਰੀਏਸ਼ਨ। ਦੇਖੋ ਵੇਰੀਏਸ਼ਨ ਆਪਾਂ ਨੂੰ ਪਤਾ ਨਹੀਂ ਕਿ ਕਿਸੇ ਚੀਜ਼ ਦੇ ਵਿੱਚ ਕਿੰਨੀ ਵੇਰੀਏਸ਼ਨ ਹੋ ਰਹੀ ਹੈਗੀ। ਆਪਾਂ ਕਹਿੰਦੇ ਹੈਗੇ ਕਿ ਇਹਦੇ ਵਿੱਚ ਆਪਾਂ ਗੱਲ ਕਰ ਰਹੇ ਹੈਗੇ। ਦੇਖੋ ਲਾਸਟ ਆਪਾਂ ਪੜ੍ਹਿਆ ਹੈਗਾ ਮੇਜਰਸ ਆਫ ਸੈਂਟਰਲ ਟੈਂਡੈਂਸੀ। ਆਪਾਂ ਕੀ ਕੀਤਾ, ਸੈਂਟਰਲ ਟੈਂਡੈਂਸੀ ਕੱਢਣ ਦੇ ਯਾਨੀ ਕਿ ਐਵਰੇਜ ਕੱਢਣ ਦੇ ਤਰੀਕੇ ਜਿਹੜੇ ਹੈਗੇ ਉਹ ਸਿੱਖ ਲਏਗੇ, ਹੈ ਨਾ। ਕਿ ਕਿਸ ਤਰ੍ਹਾਂ ਹੈਗੇ ਕਿ ਆਪਾਂ ਨੂੰ ਕੋਈ ਡਾਟਾ ਗਿਵਨ ਹੈਗਾ ਕਿ ਕਿਸੇ ਵੀ ਤਰ੍ਹਾਂ ਦੀ ਆਪਾਂ ਨੂੰ ਸੀਰੀਜ਼ ਗਿਵਨ ਹੁੰਦੀ ਹੈਗੀ, ਆਪਾਂ ਉਸ ਤੋਂ ਕੀ ਕਰਦੇ ਹੈਗੇ ਐਵਰੇਜ ਕੱਢ ਲੈਂਦੇ ਹੈਗੇ। ਜਿਵੇਂ ਕਲਾਸ ਦੇ ਵਿੱਚ ਬੱਚਿਆਂ ਦੇ ਮਾਰਕਸ ਗਿਵਨ ਹੈਗੇ, ਕਿਸੇ ਦੇ 90 ਵੀ ਆਏ ਹੋਏ ਅਤੇ ਕਿਸੇ ਦੇ 10 ਮਾਰਕਸ ਵੀ ਆਏ ਹੋਏ, ਅਤੇ ਆਪਾਂ ਨੇ ਕਹਿ ਦਿੱਤਾ ਐਵਰੇਜ ਕੀ ਹੈ ਬੱਚਿਆਂ ਦੇ 40 ਜਾਂ 50 ਮਾਰਕਸ ਆਏ ਹੋਏ ਹੈਗੇ। ਠੀਕ ਹੈ, ਆਪਾਂ ਐਵਰੇਜ ਮਾਰਕਸ ਜਿਹੜੇ ਹੈਗੇ ਉਹ ਬੱਚਿਆਂ ਦੇ ਕੱਢ ਲੈਂਦੇ ਹੈਗੇ। ਤਾਂ ਇਸ ਤਰ੍ਹਾਂ ਜਿਹੜੇ ਹੈਗਾ ਆਪਾਂ ਐਵਰੇਜ ਕੱਢਣਾ ਸਿੱਖ ਲਿਆ। ਤਾਂ ਮੇਜਰਸ ਉਸ ਤੋਂ ਆਪਾਂ ਨੂੰ ਇਹ ਨਹੀਂ ਪਤਾ ਚੱਲਦਾ ਹੈਗਾ ਕਿ ਜਿਹੜਾ ਡਾਟਾ ਹੈ ਉਹ ਕਿਸ ਤਰ੍ਹਾਂ ਫਲਕਚੁਏਟ ਕਰ ਰਿਹਾ ਹੈਗਾ। ਇਹਨੂੰ ਆਪਾਂ ਹੁਣ ਐਗਜ਼ਾਮਪਲ ਨਾਲ ਵੀ ਜੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਦੇਖੋ ਆਹ ਕੀ ਹੈ, ਇਹ 3 ਤਰ੍ਹਾਂ ਦੀਆਂ ਆਪਾਂ ਨੂੰ ਸੀਰੀਜ਼ ਗਿਵਨ ਹੈ, ਐਕਸ ਸੀਰੀਜ਼, ਵਾਈ ਸੀਰੀਜ਼ ਅਤੇ ਜ਼ੈਡ ਸੀਰੀਜ਼। ਹੁਣ ਦੇਖੋ ਜੇ ਆਪਾਂ ਇਹਨੂੰ ਧਿਆਨ ਨਾਲ ਸਮਝੀਏ, ਐਕਸ ਸੀਰੀਜ਼ ਹੈ, ਸਪੋਜ਼ ਕਰ ਲਓ ਕਿ ਇਹ ਐਕਸ ਸੀਰੀਜ਼ ਹੈ, ਇਹਦੇ ਵਿੱਚ ਵੀ ਮਾਰਕਸ ਹੀ ਗਿਵਨ ਹੈ। ਇੱਕ ਅਜਿਹੀ ਸੀਰੀਜ਼ ਜਿਹਦੇ ਵਿੱਚ ਸਾਰੇ ਬੱਚਿਆਂ ਦੇ ਹੀ 15-15 ਮਾਰਕਸ ਹੈ। ਠੀਕ ਹੈ, ਸਾਰੇ ਬੱਚਿਆਂ ਦੇ 15-15 ਮਾਰਕਸ ਹੈ, ਅਤੇ ਜਦੋਂ ਇਹਦੇ ਵਿੱਚ ਐਵਰੇਜ ਕੱਢੀ ਆਪਾਂ ਨੇ ਤਾਂ ਐਵਰੇਜ ਵੀ ਬੱਚਿਆਂ ਦੀ ਜਿਹੜੀ ਹੈਗੀ ਉਹ 15 ਹੀ ਆਏਗੀ। ਕਲੀਅਰ, ਕਿਉਂਕਿ ਜਦੋਂ 15 ਹੈ ਸਾਰੇ ਬੱਚਿਆਂ ਦੇ ਤਾਂ 15 ਹੀ ਐਵਰੇਜ ਆਊਗੀ। ਉਸ ਤੋਂ ਬਾਅਦ ਇੱਕ ਵਾਈ ਸੀਰੀਜ਼ ਹੈ ਜਿਹਦੇ ਵਿੱਚ ਬੱਚਿਆਂ ਦੇ ਮਾਰਕਸ ਲਿਖੇ ਹੋਏ ਹੈਗੇ, ਤਾਂ ਉਹਦੇ ਵਿੱਚ ਜਿਹੜੇ ਹੈਗੇ ਮਾਰਕਸ ਬੱਚਿਆਂ ਦੇ ਕਿੰਨੇ ਆਏਗੇ, ਕਿਸੇ ਦੇ 12 ਹੈ, ਕਿਸੇ ਦੇ 18 ਹੈ, ਕਿਸੇ ਦੇ 11 ਹੈ, ਕਿਸੇ ਦੇ 19 ਹੈ, ਕਿਸੇ ਦੇ 15, ਕਿਸੇ ਦੇ 10, ਕਿਸੇ ਦੇ 20 ਹੈ। ਠੀਕ ਹੈ, ਤਾਂ ਜਦੋਂ ਆਪਾਂ ਇਹਦੀ ਐਵਰੇਜ ਕੱਢੇਗੀ ਨਾ ਕਿਸੇ ਦੇ ਆਪਾਂ ਜੇ ਦੇਖੀਏ ਨਾ ਕਿਸੇ ਦੇ ਨਾ ਹੀ ਬਹੁਤੇ ਜ਼ਿਆਦਾ ਹੈਗੇ ਅਤੇ ਨਾ ਹੀ ਕਿਸੇ ਦੇ ਬਹੁਤੇ ਘੱਟ ਹੈਗੇ, ਠੀਕ ਜਿਹੀ ਨੰਬਰ ਹੈ। ਅਤੇ ਜਦੋਂ ਐਵਰੇਜ ਕੱਢੇਗੀ ਤਾਂ ਅਬਾਊਟ 15 ਹੀ ਉਹਦੀ ਜਿਹੜੀ ਹੈਗੀ ਹੈ ਐਵਰੇਜ ਆਏਗੀ। ਕਲੀਅਰ, ਇਹਦੇ ਵਿੱਚ ਵੀ 15 ਆਈ, ਅਤੇ ਜਦੋਂ ਸਭ ਦੇ ਇਕੁਅਲ ਸੀਗੇ ਉਦੋਂ ਵੀ ਉਹਦੀ 15 ਆਈ ਐਵਰੇਜ। ਅਤੇ ਜਦੋਂ ਆਪਾਂ ਇੱਕ ਹੋਰ ਸੀਰੀਜ਼ ਲੱਤੀ ਗਈ ਜ਼ੈਡ, ਇਹਦੇ ਵਿੱਚ ਤੁਸੀਂ ਦੇਖੋ ਬੱਚਿਆਂ ਦੇ ਮਾਰਕਸ, ਇੱਕ ਅਜਿਹਾ ਬੱਚਾ ਵੀ ਪਿਆ ਜਿਹਦੇ ਕੀ ਹੈ ਇੱਕੋ ਹੀ ਮਾਰਕਸ, 1 ਨੰਬਰ ਹੀ ਹੈ ਆਲਮੋਸਟ ਜਿਹੜਾ ਕਿ ਫੇਲ ਹੈਗਾ। ਇੱਕ ਅਜਿਹਾ ਬੱਚਾ ਜਿਹਦੇ 29 ਮਾਰਕਸ ਹੈਗੇ, ਇੱਕ ਅਜਿਹਾ ਬੱਚਾ ਜਿਹਦੇ 7 ਜਾਂ 3 ਹੈ, ਅਤੇ ਕੁਛ ਅਜਿਹੇ ਬੱਚੇ ਜਿਹਦੇ 23 ਅਤੇ 33 ਮਾਰਕਸ ਹੈਗੇ। ਕਲੀਅਰ, ਤਾਂ ਮੀਨਸ ਅਤੇ ਜਦੋਂ ਇਹਦਾ ਮੀਨ ਕੱਢਿਆ, ਇਹਦਾ ਮੀਨ ਵੀ ਆਪਣੇ ਕੋਲ ਜਿਹੜਾ ਹੈਗਾ 15 ਹੀ ਆਇਆ, ਐਵਰੇਜ ਜਿਹੜੀ ਹੈਗੀ ਆ ਉਹ 15 ਆਈ। ਕਲੀਅਰ, ਤਾਂ ਹੁਣ ਤੁਸੀਂ ਜੇ ਇਹਨਾਂ ਨੂੰ ਦੇਖੋ, ਜੇ ਆਪਾਂ ਦੇਖੀਏ ਤਾਂ ਐਵਰੇਜ ਤਿੰਨੋਂ ਸੀਰੀਜ਼ ਦੀ ਕਿੰਨੀ ਆਏਗੀ, 15 ਆਏਗੀ। ਪਰ ਜੇ ਆਪਾਂ ਸੀਰੀਜ਼ ਨੂੰ ਧਿਆਨ ਨਾਲ ਦੇਖੀਏ ਤਾਂ ਤਿੰਨੋਂ ਸੀਰੀਜ਼ ਦੇ ਵਿੱਚ ਬਹੁਤ ਡਿਫਰੈਂਸ ਹੈਗਾ, ਹੈ ਨਾ। ਤਾਂ ਤਿੰਨੋਂ ਸੀਰੀਜ਼ ਦੇ ਵਿੱਚ ਇਸ ਡਿਫਰੈਂਸ ਨੂੰ ਆਪਾਂ ਕੀ ਕਹਿ ਦਿੰਦੇ ਹੈਗੇ, ਡਿਸਪਰਸ਼ਨ ਕਹਿ ਦਿੰਦੇ ਹੈਗੇ। ਕਿ ਦੇਖੋ ਡਿਸਪਰਸ਼ਨ ਕੀ ਹੈਗਾ ਕਿ ਡਾਟਾ ਦੇ ਵਿੱਚ ਕਿੰਨਾ ਫਲਕਚੁਏਸ਼ਨ ਆ ਰਿਹਾ ਹੈਗਾ, ਕਿੰਨੀ ਵੇਰੀਏਸ਼ਨ ਆ ਰਹੀ ਹੈਗੀ। ਦੇਖੋ ਇਸ ਸੀਰੀਜ਼ ਦੇ ਵਿੱਚ ਕੋਈ ਵੇਰੀਏਸ਼ਨ ਨਹੀਂ ਹੈਗੀ, ਸਾਰਿਆਂ ਦੇ ਇੱਕੋ ਜਿਹੇ ਮਾਰਕਸ ਹੈ। ਇਹਦੇ ਵਿੱਚ ਬਹੁਤ ਘੱਟ ਵੇਰੀਏਸ਼ਨ ਹੈ ਕਿਉਂਕਿ ਆਲਮੋਸਟ ਸਭ ਦੇ ਸੇਮ ਹੀ ਹੈ, 10 ਅਤੇ 20 ਦੇ ਵਿਚਕਾਰ ਹੀ ਲਾਈ ਕਰ ਰਹੇ ਹੈ। ਅਤੇ ਇਹਦੇ ਵਿੱਚ ਬਹੁਤ ਜ਼ਿਆਦਾ ਵੇਰੀਏਸ਼ਨ ਹੈ, ਕਿੱਥੇ ਤਾਂ ਬੱਚਾ ਦੇ 0 ਆਲਮੋਸਟ ਫੇਲ, ਨਥਿੰਗ ਦੇ ਬਰਾਬਰ ਬੱਚੇ ਦੇ ਮਾਰਕਸ ਆ ਰਹੇ ਹੈਗੇ, 0 ਦੇ ਬਰਾਬਰ ਹੈ, ਅਤੇ ਕਿਤੇ ਬੱਚੇ ਦੇ 33 ਮਾਰਕਸ ਹੈਗੇ, ਅਤੇ ਐਵਰੇਜ ਜੇ ਆਪਾਂ ਕਾਊਂਟ ਕਰਦੇ ਸੀ ਤਾਂ 15 ਆ ਰਹੀ ਹੈਗੀ। ਤਾਂ ਮੀਨਸ ਇਸ ਚੀਜ਼ ਨੂੰ ਆਪਾਂ ਕੀ ਕਹਿ ਦਿੰਦੇ ਹੈਗੇ, ਡਿਸਪਰਸ਼ਨ ਕਹਿ ਦਿੰਦੇ ਹੈਗੇ। ਕਲੀਅਰ, ਦੈਟ ਇਜ਼ ਦਾ ਮੇਜਰਸ ਆਫ ਡਿਸਪਰਸ਼ਨ। ਕਿ ਜਦੋਂ ਆਪਾਂ ਡਾਟਾ ਦੇ ਵਿੱਚ ਕਿੰਨੀ ਫਲਕਚੁਏਸ਼ਨ ਹੈ ਜਾਂ ਕਿੰਨੀ ਉਹਦੇ ਵਿੱਚ ਵੇਰੀਏਸ਼ਨ ਆ ਰਹੀ ਹੈਗੀ, ਉਸ ਚੀਜ਼ ਨੂੰ ਚੈੱਕ ਕਰਨਾ ਚਾਹੁੰਦੇ ਹਾਂ ਤਾਂ ਉਹਨੂੰ ਆਪਾਂ ਮੇਜਰਸ ਆਫ ਡਿਸਪਰਸ਼ਨ ਦੇ ਥਰੂ ਕਰਦੇ ਹਾਂ। ਇਹਦੀ ਡੈਫੀਨੇਸ਼ਨ ਆ ਜਾਂਦੀ ਹੈ A.L. ਬਾਊਲੇ ਦੀ, ਡਿਸਪਰਸ਼ਨ ਇਜ਼ ਦਾ ਮੇਜਰ ਆਫ ਦਾ ਵੇਰੀਏਸ਼ਨ ਆਫ ਦਾ ਆਈਟਮਸ।
ठीक है कि जो आपां नूं आह आइटम्स गिवन आ उन्हां दे विच किन्नी वेरीएशन है, घट है या ज़्यादा है, उस चीज़ नूं जदों आपां मेजर करना चाहुंदे हैं तां उहनूं आपां की कह दिंदे हैं, डिस्पर्शन कह दिंदे हैं। सैकेंड डेफिनेशन है ब्रुक्स दी, द डिस्पर्शन और स्प्रैड इज़ द डिग्री ऑफ द स्कैटर। स्कैटर मीनस भी वही चीज़ है, वेरिएशन और वेरिएशन ऑफ द वेरीएबल अबाउट ए सेंट्रल वैल्यू, कि वो सेंट्रल वैल्यू जी अपने एवरेज कड्ढी हैगी वो आले दुआले फैली हुई है या किन्नी कुछ दूर फैली हुई है वो चीज़। डिस्पर्शन द डिग्री टू विच न्यूमेरिकल डाटा टेंड टू स्प्रैड, किन्नी दूर फैला हुआ है, या डिस्पर्शन इज़ अ मेजर ऑफ द एक्सटेंट टू विच द इंडिविजुअल आइटम्स वेरी, ठीक है किन्नी कुछ दूर फैले हुए हैं। तो ये सारिया चीज़ां आ जांदियां। डिस्पर्शन की लोड़ आपां नूं क्यों पैंदी हैगी कि इस तरह की सीरीज़ है, ये देखो इस तरह की जे डाटा अपने को है जिस दे विच बहुत ज़्यादा वेरीएशन आ रही है तो आप कहते हैं कि कितना ज़्यादा डाटे दे विच कितना ज़्यादा फर्क है ना। ये तो बहुत ज़्यादा फर्क है कि एक बच्चा तो फेल हो जाता है, एक बहुत ज़्यादा है तो आप कहिए ने एवरेज, जे आप कह दिए एवरेज सारे बच्चे 15 ही है, एवरेज सारे बच्चों की मार्किंग जी 15 हैगी है ना। या फिर आप कहिए कि किसी कंट्री के बारे आपने आइडिया लाना है कि किसी कंट्री दे विच आपां गए, आपां किसी कंट्री की पूछा कि भाई इत्थों की जी एवरेज सैलरी जी हैगी लोगों की वो किन्नी हैगी, आपां नूं दस दिता गया कि जी इत्थों के एवरेज लोगों की जी सैलरी वो 50,000 रुपये है। आपां कहांगे बहुत वधिया सैलरी हैगी, 50,000 रुपये जे हर बंदे की सैलरी हैगी इत्थों के लोगों का तो लिविंग स्टैंडर्ड लोग बहुत वधिया। पर जे पता चलेगा कि कुछ लोग तो अजिहे आ उस कंट्री दे विच जिन्हां दी कि करोड़ां दे विच सैलरी है, तो कुछ लोग अजिहे है जिहड़े बेचारे गरीबी रेखा दे नीचे ही रह रहे हैं। तो फिर अजिही मतलब अजिही हालत दे विच तुसी उस एवरेज सैलरी नूं सही काउंट करोगे, सही नहीं ना वो चीज़ काउंट होएगी। तो वो चीज़ आ जाती है। इस करके आपां मेजर्स ऑफ डिस्पर्शन जिहड़ा हैगा उस चीज़ नूं देखते हैं कि जिहड़ा डाटा आपां इकट्ठा करते हैं उहदे विच किन्नी वेरीएशन हैगी। क्लीयर। तो प्रॉपर्टीज़ ऑफ गुड मेजर ऑफ डिस्पर्शन शुड बी ईजी टू अंडरस्टैंड, ये की होनी चाहिए, ईजी टू अंडरस्टैंड होनी चाहिए, सिंपल टू कैलकुलेट होनी चाहिए, चंगी तरह रिजिडली डिफाइंड होनी चाहिए, बेस्ड ऑन ऑल द आइटम होनी चाहिए, सैंपलिंग स्टेबिलिटी होनी चाहिए, ये विच अफैक्टेड बाय द प्रेजेंस ऑफ एक्सट्रीम आइटम्स, ठीक है जी एंड वाली आइटम्स उन्होंने तो भी अफैक्टेड होनी चाहिए, सिर्फ आई नहीं होनी चाहिए कुछ आइटम्स के उत्ते ही बेस्ड होनी होवे, ते कैपेबल ऑफ फर्दर अलजबरिक, ते फर्दर अलजबरिक ट्रीटमेंट मीनस अगे कैलकुलेशन वास्ते भी ये यूजेबल होनी चाहिए हैगी। ठीक है कुछ एरिया यूजेस होर लिखे हुए हैं तुसी रीड कर सकते होंगे। नैक्सट जिहड़ियां हैगियां है मैथड्स लिखे हुए हैगे कि मैथड्स ऑफ मेयरिंग डिस्पर्शन नूं मेयर्स ऑफ डिस्पर्शन नूं कैलकुलेट करने वास्ते आपां किहड़े मैथड यूज़ करते हैं। रेंज ते एब्सोल्यूट मेयर्स आ जाते हैं तो रिलेटिव मेयर्स आ जाते हैं। रेंज ते कोफिशेंट ऑफ रेंज, सैमी इंटर क्वार्टल इनू मेनली बेटा क्वार्टल डेविएशन भी किया जाता है तो कोफिशेंट ऑफ क्वार्टल डेविएशन, ठीक है दोनों कट्ठे करांगे। रेंज ते कोफिशेंट ऑफ रेंज, क्वार्टल डेविएशन, कोफिशेंट ऑफ क्वार्टल डेविएशन, मीन डेविएशन, कोफिशेंट ऑफ मीन डेविएशन, स्टैंडर्ड डेविएशन ते कोफिशेंट ऑफ स्टैंडर्ड डेविएशन। ठीक है ये अपने जिहड़े हैगे चार मैथड जिहड़े हैगे आपां यूज़ करांगे मेयर्स ऑफ डिस्पर्शन नूं किस कैलकुलेट करने वास्ते। तो सब तो पहला अपने कोल जिहड़ा आ जांदा है रेंज आ जांदा है। रेंज सब तो ईजी मैथड है मेयर्स ऑफ डिस्पर्शन फाइंड आउट करने वास्ते। रेंज जिहड़ा हुंदा है दैट इज़ द डिफरेंस बिटवीन द वैल्यू ऑफ लार्जेस्ट एंड द स्मॉलेस्ट आइटम इन द सीरीज़। जो भी तुहानूं सीरीज़ गिवन है उहदे विच सब तो बड़ी वैल्यू तो सब तो छोटी वैल्यू का जो भी डिफरेंस होएगा दैट इज़ द रेंज। ठीक है फार्मूला लिखा हुआ है। रेंज नूं कैपीटल आर नाल डिनोट करदे आ। लार्जेस्ट वैल्यू सीरीज़ दी चक्को, स्मॉलेस्ट वैल्यू चक्को सीरीज़ दी, दोनों का डिफरेंस होके तुहाडे कोले रेंज की वैल्यू आ जाएगी। तो कोफिशेंट ऑफ रेंज का फार्मूला तुहाडे कोले होएगा लार्जेस्ट वैल्यू माइनस स्मॉलेस्ट वैल्यू, ठीक है माइनस नीचे अपॉन लार्जेस्ट वैल्यू प्लस स्मॉलेस्ट वैल्यू दोनों का सम वो डिवाइड सम के नाल आपां ने डिवाइड कर देना है। क्लीयर कुछ भी नहीं ये करना है समझन क्लीयर बस तुसी करना है लार्जेस्ट वैल्यू तो स्मॉलेस्ट आइटम लैनी हैगी
ਰੇਂਜ ਕੱਢਣ ਵਾਸਤੇ ਦੋਨਾਂ ਦਾ ਡਿਫਰੈਂਸ ਤੇ ਕੋਫੀਸ਼ੀਐਂਟ ਆਫ ਰੇਂਜ ਕੱਢਣ ਵਾਸਤੇ ਡਿਫਰੈਂਸ ਅਪੋਨ ਦੋਨਾਂ ਦੇ ਉਹਨੂੰ ਡਿਵਾਈਡ ਕਰ ਦੇਣਾ ਦੋਨਾਂ ਦੇ ਸਮ ਨਾਲ। ਨੀਚੇ ਇਹਦੀਆਂ ਮੈਰਿਟਸ ਤੇ ਡੀਮੈਰਿਟਸ ਲਿਖੀਆਂ ਹੋਈਆਂ, ਵੈਸੇ ਕਲੀਅਰ ਹੀ ਹੋ ਰਿਹਾ ਹੈਗਾ। ਪਹਿਲਾਂ ਤੁਹਾਨੂੰ ਐਗਜ਼ਾਮਪਲ ਦੇ ਥਰੂ ਥੋੜ੍ਹਾ ਸਮਝਾ ਦਿੰਦੀ ਹਾਂ ਇਹਨੂੰ ਕਿਸ ਤਰ੍ਹਾਂ ਕੈਲਕੂਲੇਟ ਕਰਨਾ। ਜਿਵੇਂ ਕਿ ਕਿਸੇ ਕੰਪਨੀ ਦਾ ਇਹ ਪ੍ਰੋਫਿਟ ਲਿਖਿਆ ਹੋਇਆ, ਪ੍ਰੋਫਿਟ ਆਫ ਏ ਕੰਪਨੀ ਫॉर द ਲਾਸਟ 8 ਈਅਰਸ ਇਜ਼ ਗਿਵਨ ਬਿਲੋ। ਕੈਲਕੂਲੇਟ ਰੇਂਜ ਐਂਡ ਕੋਫੀਸ਼ੀਐਂਟ ਆਫ ਰੇਂਜ ਆਪਾਂ ਨੇ ਫਾਈਂਡ ਆਊਟ ਕਰਨਾ ਹੈਗਾ। 8 ਈਅਰਸ ਇਹ ਲਿਖਿਆ ਹੋਇਆ, ਇਹਦੇ ਵਿੱਚ ਤੁਸੀਂ ਕੀ ਕਰਨਾ, ਜਸਟ ਲਾਰਜੈਸਟ ਵੈਲਿਊ, ਲਾਰਜੈਸਟ ਪ੍ਰੋਫਿਟ ਦੇ ਵਿੱਚ ਤੁਸੀਂ ਦੇਖੋਗੇ ਲਾਰਜੈਸਟ ਪ੍ਰੋਫਿਟ ਕਦੋਂ ਹੋਇਆ 230, ਠੀਕ ਹੈ। 230 ਲਾਰਜੈਸਟ ਪ੍ਰੋਫਿਟ ਹੈ ਅਤੇ ਮਿਨੀਮਮ ਪ੍ਰੋਫਿਟ ਕਿੰਨਾ ਹੈਗਾ ਆਪਣੇ ਕੋਲ 30 ਇਜ਼ ਦਾ ਮਿਨੀਮਮ ਪ੍ਰੋਫਿਟ। ਤਾਂ ਰੇਂਜ ਕਿੰਨੀ ਆ ਜਾਏਗੀ, ਲਾਰਜੈਸਟ ਮਾਈਨਸ ਸਮੋਲੈਸਟ 200, ਦਿਸ ਇਜ਼ ਦਾ ਰੇਂਜ। ਕੋਫੀਸ਼ੀਐਂਟ ਆਫ ਰੇਂਜ ਕਿਹਾ ਗਿਆ, ਇਹ ਫਾਰਮੂਲਾ ਹੈਗਾ, ਇਹਦੇ ਵਿੱਚ ਪੁੱਟ ਕਰ ਦਿਓ 200.260 ਡਿਵਾਈਡ ਕਰ ਦਿੱਤਾ 0.77। ਇਹ ਕੋਫੀਸ਼ੀਐਂਟ ਈਜ਼ੀ ਹੈ, ਕੈਲਕੂਲੇਟ ਕਰਨਾ ਬਹੁਤ ਈਜ਼ੀ ਹੈ, ਇਹਦੇ ਵਿੱਚ ਕੁਛ ਵੀ ਨਹੀਂ ਹੈਗਾ, ਸਾਰੇ ਸਮਸ ਇਸੇ ਤਰੀਕੇ ਨਾਲ ਹੈ। ਕਲਾਸ 1 ਤੇ ਕਲਾਸ 2 ਦੇ ਇਹ ਤੁਹਾਨੂੰ ਜਿਹੜੀਆਂ ਹਾਈਟਸ ਦਿੱਤੀਆਂ ਹੋਈਆਂ ਸੈਂਟੀਮੀਟਰਸ ਦੇ ਵਿੱਚ ਬੱਚਿਆਂ ਦੀਆਂ, ਤਾਂ ਪਹਿਲਾਂ ਕਲਾਸ 1 ਦੀਆਂ ਤੁਸੀਂ ਕੀ ਕਰਨਾ, ਲਾਰਜੈਸਟ ਵੈਲਿਊ ਤੇ ਸਮੋਲੈਸਟ ਵੈਲਿਊ ਲੈ ਲੈਣੀ ਆ, ਰੇਂਜ ਤੇ ਕੋਫੀਸ਼ੀਐਂਟ ਆਫ ਰੇਂਜ ਕਰ ਲੈਣਾ। ਸਿਮਿਲਰਲੀ ਕਲਾਸ 2 ਦਾ ਕਰ ਲੈਣਾ ਹੈ। ਉਸੇ ਤਰੀਕੇ ਨਾਲ ਇਹ ਤੁਹਾਨੂੰ ਪਤਾ ਚੱਲ ਜਾਏਗਾ ਕਿ ਜਿਹੜਾ ਹੈਗਾ ਕਲੀਅਰਲੀ ਕੋਫੀਸ਼ੀਐਂਟ ਆਫ ਰੇਂਜ ਫॉर ਹਾਈਟਸ ਆਫ ਸਟੂਡੈਂਟਸ ਆਫ ਕਲਾਸ 1 ਇਜ਼ ਮੋਰ than the class 2, so heights of students of class 1 show greater variation। ਜਿੰਨੀ ਜ਼ਿਆਦਾ ਜਿਹੜੀ ਹੈਗੀ ਕੋਫੀਸ਼ੀਐਂਟ ਆਫ ਰੇਂਜ ਹੋਏਗਾ ਉਨੀ ਜ਼ਿਆਦਾ, ਇਸ ਚੀਜ਼ ਦਾ ਧਿਆਨ ਰੱਖਣਾ, ਜਿੰਨਾ ਜ਼ਿਆਦਾ ਕੋਫੀਸ਼ੀਐਂਟ ਆਫ ਵੇਰੀਏਸ਼ਨ ਹੋਏਗਾ ਉਨੀ ਜ਼ਿਆਦਾ ਜਿਹੜੀ ਹੈਗੀ ਵੇਰੀਏਸ਼ਨ ਹੋਏਗੀ, ਸ਼ੋਜ਼ ਅ ਗ੍ਰੇਟਰ ਵੇਰੀਏਸ਼ਨ ਦੈਨ ਦੈਟ ਆਫ ਦਾ ਕਲਾਸ 2, ਠੀਕ ਹੈ। ਜਿੰਨਾ ਜ਼ਿਆਦਾ ਵੇਰੀਏਸ਼ਨ ਹੋਏਗੀ, ਜਿੰਨਾ ਜ਼ਿਆਦਾ ਕੋਫੀਸ਼ੀਐਂਟ ਆਫ ਰੇਂਜ ਹੋਏਗਾ ਉਨੀ ਹੀ ਜ਼ਿਆਦਾ ਵੇਰੀਏਸ਼ਨ ਆਪਣੇ ਕੋਲੇ ਹੋਏਗੀ। ਕਲੀਅਰ, ਇਸ ਚੀਜ਼ ਨੂੰ ਤੁਸੀਂ ਬੇਟਾ ਯਾਦ ਰੱਖਣਾ ਹੈਗਾ। ਅਗਲਾ ਜਿਹੜਾ ਹੈਗਾ ਉਹ ਵੀ ਇਸੇ ਤਰੀਕੇ ਨਾਲ ਹੈਗਾ, ਲਾਰਜੈਸਟ ਤੇ ਸਮੋਲੈਸਟ ਵੈਲਿਊ ਲੈ ਲੈਣੀ ਹੈ, ਕੋਫੀਸ਼ੀਐਂਟ ਆਫ ਰੇਂਜ ਕਰਨਾ ਤੇ ਮਿਡ ਵੈਲਿਊ ਜਿਹੜੀ ਹੈਗੀ ਇਹਦੇ ਵਿੱਚ ਬੇਟਾ ਮਿਡ ਵੈਲਿਊਜ਼ ਕੱਢੀਆਂ ਹੋਈਆਂ ਹੈਗੀਆਂ, ਕਿਉਂਕਿ ਇਹਦੇ ਵਿੱਚ 5 to 10, 10 to 15 ਇਹਦੀ ਕੋਈ ਲੋੜ ਨਹੀਂ ਹੈਗੀ, ਤੁਸੀਂ ਸਿੰਪਲ ਤਰੀਕੇ ਨਾਲ ਕੱਢ ਲੈਣਾ ਗਾ, ਉਹ ਸੇਮ ਹੀ ਆ ਜਾਏਗਾ, ਉਹਦਾ ਕੋਈ ਫਰਕ ਨਹੀਂ ਪਏਗਾ। ਸਿੰਪਲੀ ਆਪਾਂ ਫਸਟ ਮੈਥਡ ਜਿਹੜਾ ਹੈਗਾ ਉਸੇ ਨੂੰ ਯੂਜ਼ ਕਰਾਂਗੇ। ਅਤੇ 9.1 ਐਕਸਰਸਾਈਜ਼ ਜਿਹੜੀ ਹੈਗੀ ਉਹ ਇਸੇ ਤਰੀਕੇ ਨਾਲ ਕੱਢਣੀ ਹੈ। ਅਤੇ ਇਹਦੇ ਜਿਹੜੀਆਂ ਮੈਰਿਟਸ ਅਤੇ ਡੀਮੈਰਿਟਸ ਲਿਖੀਆਂ ਹੋਈਆਂ ਉਹ ਕੀ ਹੈ, ਮੈਰਿਟਸ ਕੀ ਹੈ ਆਪਣੇ ਕੋਲ ਕਿ ਇਹ ਈਜ਼ੀਐਸਟ ਹੈ, ਸਿੰਪਲ ਹੈ ਇਹਨੂੰ ਕੈਲਕੂਲੇਟ ਕਰਨਾ, ਰੀਜਨਲੀ ਡਿਫਾਈਨਡ ਹੈਗਾ, ਵੈਰੀ ਈਜ਼ੀ ਟੂ ਕੈਲਕੂਲੇਟ ਹੈਗਾ, ਯੂਜ਼ਫੁਲ ਇਨ ਡੇਲੀ ਲਾਈਫ ਹੈਗਾ, ਠੀਕ ਹੈ, ਅਤੇ ਪ੍ਰਾਈਸਿਸ ਵਗੈਰਾ ਦੇ ਵਿੱਚ ਯੂਜ਼ ਹੁੰਦਾ ਹੈਗਾ। ਡੀਮੈਰਿਟਸ ਕੀ ਹੈਗਾ, ਰਫ ਮੇਜਰ ਹੈ, ਹਾਈਲੀ ਅਫੈਕਟਡ ਬਾਈ ਦਾ ਐਕਸਟ੍ਰੀਮ ਵੈਲਿਊਜ਼, ਸਾਰੀਆਂ ਵੈਲਿਊਜ਼ ਨੂੰ ਨਹੀਂ ਇਹ ਯੂਜ਼ ਕਰਦਾ, ਸਿਰਫ ਐਕਸਟ੍ਰੀਮ ਵੈਲਿਊਜ਼, ਦੋ ਵੈਲਿਊਜ਼ ਨੂੰ ਆਪਾਂ ਯੂਜ਼ ਕਰਦੇ ਹਾਂ, ਲੋਐਸਟ ਅਤੇ ਸਮੋਲੈਸਟ ਅਤੇ ਲਾਰਜੈਸਟ ਨੂੰ, ਹੋਰ ਕਿਸੇ ਨੂੰ ਨਹੀਂ ਕਰਦੇ। ਨੋਟ ਬੇਸਡ ਔਨ ਆਲ ਦਾ ਵੈਲਿਊਜ਼, ਨੋਟ ਇਜ਼ ਟੂ ਮਚ ਅਫੈਕਟਡ ਬਾਈ ਦਾ ਫਲਕਚੁਏਸ਼ਨ ਇਨ ਸੈਂਪਲ, ਠੀਕ ਹੈ। ਇਹਦੇ ਵਿੱਚ ਫਲਕਚੁਏਸ਼ਨ ਮੀਨਸ ਕੁਛ ਨਹੀਂ ਪਤਾ ਹੈਗਾ ਕਿ ਜਿਵੇਂ 30 ਹੈ 40 80 ਹੈ, ਬਹੁਤ ਜ਼ਿਆਦਾ ਮੀਨਸ ਇਹ ਫਲਕਚੁਏਸ਼ਨ ਆ ਜਾਂਦੀ ਹੈ। ਕੈਨ ਨੋਟ ਬੀ ਯੂਜ਼ ਇਫ ਵੀ ਆਰ ਡੀਲਿੰਗ ਵਿਦ ਓਪਨ ਐਂਡ ਕਲਾਸਿਸ ਆ ਜਾਂਦੀ, ਤਾਂ ਉੱਥੇ ਨਹੀਂ ਇਹ ਯੂਜ਼ ਹੋ ਸਕਦਾ ਹੈਗਾ। ਕਲੀਅਰ, ਤਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਇਹ ਰੇਂਜ ਵਾਲਾ ਬੇਟਾ ਟੋਪਿਕ ਤੁਸੀਂ ਕਰ ਲੈਣਾ ਹੈ। 9.1 ਐਕਸਰਸਾਈਜ਼ ਹੈ, ਈਜ਼ੀ ਟੋਪਿਕ ਹੈ, ਈਜ਼ੀਲੀ ਤੁਹਾਨੂੰ ਸਮਝ, ਜੇ ਕੋਈ ਡਾਊਟ ਹੋਵੇ ਤਾਂ ਤੁਸੀਂ ਪੁੱਛ ਲੈਣਾ। ਥੈਂਕ ਯੂ ਬੇਟਾ।